ਪੰਜਾਬ ਵਿੱਚ ਇੱਕ ਵਾਰ ਫਿਰ ਰਾਜਪਾਲ ਤੇ ਸਰਕਾਰ ਆਮਣੋ ਸਾਹਮਣੇ ਆ ਗਏ ਹਨ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ 3 ਅਹਿਮ ਬਿੱਲ ਰਾਖਵੇਂ ਰੱਖ ਲਏ ਹਨ। ਰਾਜ ਭਵਨ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਬਿੱਲਾਂ ਤੇ ਰਾਸ਼ਟਰਪਤੀ ਨਾਲ ਚਰਚਾ ਕੀਤੀ ਜਾਵੇਗੀ। ਜਿਨ੍ਹਾਂ ਬਿੱਲਾਂ ਨੂੰ ਰਾਖਵਾਂ ਰੱਖਿਆ ਗਿਆ ਹੈ ਉਹਨਾਂ ਵਿੱਚ ਪੰਜਾਬ ਯੂਨੀਵਰਸਿਟੀ ਨੁਕਸਾਨ ਸੋਧ ਬਿੱਲ, ਸਿੱਖ ਗੁਰਦੁਆਰਾ ਸੋਧ ਬਿੱਲ ਤੇ ਪੰਜਾਬ ਪੁਲਿਸ ਸੋਧ ਬਿੱਲ ਸ਼ਾਮਲ ਹਨ। ਇਹ ਸਾਰੇ ਬਿੱਲ ਜੂਨ ਵਿੱਚ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਸਨ। ਹਾਸਲ ਜਾਣਕਾਰੀ ਮੁਤਾਬਕ ਰਾਜਪਾਲ ਨੇ ਪਿਛਲੇ 5 ਮਹੀਨਿਆਂ ਤੋਂ ਪੈਂਡਿੰਗ ਪਏ 3 ਬਿੱਲਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਹੈ। ਸੰਵਿਧਾਨ ਦੀ ਧਾਰਾ 200 ਤਹਿਤ ਆਪਣੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਰਾਜਪਾਲ ਨੇ ਇਹਨਾਂ ਤਿੰਨਾਂ ਬਿੱਲਾਂ ਨੂੰ ਖੁਦ ਪਾਸ ਕਰਨ ਦੀ ਬਜਾਏ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਹੈ। ਇਸ ਦਾ ਭਾਵ ਹੈ ਕਿ ਇਹ ਬਿੱਲ ਹਜੇ ਹੋਰ ਸਮਾਂ ਅਟਕ ਸਕਦੇ ਹਨ। ਦੱਸਦੇ ਕਿ 19 ਅਤੇ 20 ਜੂਨ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਸੈਸ਼ਨ 'ਚ ਸਰਕਾਰ ਨੇ 4 ਬਿੱਲ ਪਾਸ ਕੀਤੇ ਸਨ, ਜਿਨ੍ਹਾਂ ਵਿੱਚੋਂ ਇੱਕ ਬਿੱਲ ਯੂਨੀਵਰਸਿਟੀ ਸੇਵਾਵਾਂ ਸੋਧ ਬਿੱਲ ਹਾਲ ਹੀ ਵਿੱਚ ਪਾਸ ਕੀਤਾ ਗਿਆ ਸੀ, ਜਦਕਿ 3 ਬਿੱਲ ਪੰਜਾਬ ਯੂਨੀਵਰਸਿਟੀ ਲਾਅ ਅਮੈਂਡਮੈਂਟ ਬਿੱਲ, ਸਿੱਖ ਗੁਰਦੁਆਰਾ ਸੋਧ ਬਿੱਲ 2023 ਅਤੇ ਪੰਜਾਬ ਪੁਲਿਸ ਸੋਧ ਬਿੱਲ 2023 ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਉੱਤੇ ਵੱਡੇ ਨਿਸ਼ਾਨੇ ਸਾਧੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਦਿਨ ਪੰਜਾਬ ਨੂੰ ਕਰਜ਼ੇ ਹੇਠਾਂ ਡੋਬ ਰਹੀ ਹੈ। ਸਰਕਾਰ ਵੱਲੋਂ ਕੱਲ ਹੀ 941 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਲਿਆ ਗਿਆ ਹੈ। ਇਸੇ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋਂ ਨਵੰਬਰ ਦੇ ਮਹੀਨੇ ਵਿੱਚ ਹੀ ਲਿਆ ਗਿਆ ਕਰਜ਼ਾ 4000 ਕਰੋੜ ਤੋਂ ਵੱਧ ਹੋ ਜਾਵੇਗਾ। ਉਹਨਾਂ ਨੇ ਆਪਣੇ 20 ਮਹੀਨਿਆਂ ਦੇ ਕਾਰਜਕਾਲ ਵਿੱਚ ਹੁਣ ਤੱਕ 60000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਆਪ ਵੱਲੋਂ ਖਰਚੇ ਗਏ ਸਾਰੇ ਪੈਸੇ ਦੀ ਵਸੂਲੀ ਕੀਤੀ ਜਾਵੇਗੀ ਅਤੇ ਇਸ ਨੂੰ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਜਾਵੇਗਾ। 941 ਕਰੋੜ ਰੁਪਇਆ ਕੱਲ ਕਰਜ਼ਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲਿੱਤਾ ਹੈ। 1 ਮਹੀਨੇ ਦੇ ਅੰਦਰ 4450 ਕਰੋੜ ਰੁਪਏ ਲੈ ਲਿਆ। ਪਿਛਲੇ 20 ਮਹੀਨੇ ਦੇ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ। ਇੱਕ ਕੋਈ ਸਕੀਮ ਚੱਲਦੀ ਦਿਖਾ ਦਿਓ, ਕੋਈ ਸੜਕ ਰਿਪੇਅਰ ਹੁੰਦੀ ਦਿਖਾ ਦਿਓ, ਕੋਈ ਚੀਜ਼ ਨਵੀਂ ਬਣਦੀ ਦਿਖਾ ਦਿਓ ਜਾਂ ਕਿਸੇ ਨੂੰ ਕੋਈ ਸਹੂਲਤ ਦਿੱਤੀ ਦਿਖਾ ਦਿਓ। 60000 ਕਰੋੜ ਚਾੜ ਕੇ ਕਰਜ਼ਾ ਕੱਲਾ ਕੀ ਕੰਮ ਕੀਤਾ ਹੈ? ਆਪਣੇ ਇਸ਼ਤਿਹਾਰ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਕਰੋੜਾਂ ਰੁਪਈਆ ਇਸ਼ਤਿਹਾਰਾਂ ਤੇ ਲੈ ਆਪਣੀ ਪਾਰਟੀ ਨੂੰ ਤਗੜਾ ਕਰਨ ਵਾਸਤੇ। ਵੱਡੇ ਜੈਟ ਖਰੀਦੇ ਉਹਨਾਂ ਨੂੰ ਕੇਜਰੀਵਾਲ ਨੂੰ ਲਿਜਾਣ ਵਾਸਤੇ। ਕੱਲੇ ਲੁੱਟਣ ਦਾ ਕੰਮ ਕਰ ਰਹੇ। 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ। ਮੈਨੂੰ ਤਾਂ ਐਂ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ, ਅਗਲੇ 3 ਸਾਲਾਂ 'ਚ ਤਾਂ 300-400 ਕਰੋੜ ਇਕੱਠਾ ਕਰਜ਼ਾ ਲੈ ਲੈਣਗੇ। ਉਹਦੇ ਬਾਅਦ ਲਾਊਗਾ ਕੌਣ? ਇਹਨਾਂ ਨੂੰ ਤਾਂ ਫਿਕਰ ਨਹੀਂ ਹੈ। ਫਿਰ ਅਗਲੀ ਸਰਕਾਰ ਤੇ ਛੱਡ ਦੇਣਗੇ, ਆਹ ਤਾਂ ਲੁੱਟ ਕੇ ਚਲੇ ਜਾਣਗੇ। ਸੋ ਮੈਂ ਪੰਜਾਬ ਦੀ ਜਨਤਾ ਨੂੰ ਅਵੇਅਰ ਕਰਨਾ ਚਾਹੁੰਦਾ। ਸਰ, ਜੇ ਇਹ ਲੁੱਟ ਕੀਤੀ ਤੁਸੀਂ ਕਹਿ ਰਹੇ ਹੋਗੇ, ਜੇ ਤੁਹਾਡੀ ਸਰਕਾਰ ਆਉਂਦੀ ਹੈ ਰਿਕਵਰ ਕੀਤਾ ਜਾਊ ਸਰ? ਆਹ ਤਾਂ ਇੱਕ ਇਹੋ ਜਿਹੀ ਚੀਜ਼ ਹੈ, ਇਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾਊਗਾ। ਕਿਸੇ ਦੀ ਵੀ ਸਰਕਾਰ ਹੈ, ਕੋਈ ਨਹੀਂ ਬਖਸ਼ੂਗਾ, ਕਿਉਂਕਿ ਜਿੰਨੀ ਲੁੱਟ ਇਹਨਾਂ ਨੇ ਕੀਤੀ ਹੈ, ਜੋ ਪੰਜਾਬ ਨੂੰ ਤਬਾਹ ਕੀਤਾ ਹੈ, ਜਿਸ ਲੈਵਲ ਤੇ ਇਹਨਾਂ ਨੇ ਕਰਪਸ਼ਨ ਕਰ ਰਹੇ ਆ ਤੇ ਰਿਕਾਰਡ ਕਾਇਮ ਕੀਤਾ। ਸੰਸਦ ਦੇ ਸਰਦਰੁੱਤ ਸੈਸ਼ਨ ਦੇ ਤੀਜੇ ਦਿਨ ਜੰਮੂ ਕਸ਼ਮੀਰ ਪੁਨਰ ਗਠਨ ਤੇ ਜਵਾਬ ਦਿੰਦੇ ਹੋਏ ਅਮਿਤ ਸ਼ਾਹ ਨੇ ਜਵਾਹਰ ਲਾਲ ਨਹਿਰੂ ਨੂੰ ਕੋਟ ਕੀਤਾ। ਸ਼ਾਹ ਨੇ ਕਿਹਾ ਕਿ 2 ਵੱਡੀਆਂ ਗਲਤੀਆਂ ਪੰਡਿਤ ਨਹਿਰੂ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਹੋਈਆਂ, ਉਹਨਾਂ ਕਾਰਨ ਸਾਲਾਂ ਤੱਕ ਕਸ਼ਮੀਰ ਨੂੰ ਭੁਗਤਣਾ ਪਿਆ। नेहरू के समय में जो ब्लंडर हुआ था, इसके कारण कश्मीर को भुगतना पड़ा। मैं मान्यवर इस सदन में खड़ा रहकर आपके आसन के सामने जिम्मेदारी के साथ कहता हूं कि 2 बड़ी गलतियां जो पंडित जवाहरलाल नेहरू के प्रधानमंत्री काल में हुई, उनके लिए गए निर्णयों से हुई। इसके कारण सालों तक कश्मीर ने सहन करना पड़ा। एक सबसे बड़ी गलती, जब हमारी सेना जीत रही थी, पंजाब का एरिया आते ही सीज फायर कर दिया गया और पाक ऑक्यूपाई कश्मीर का जन्म हुआ। अगर सीज फायर 3 दिन लेट होता तो पाक ऑक्यूपाई कश्मीर आज भारत का हिस्सा। एक मान्यवर, एक ही गलती बताने से इतना तिल मिला गया। नहीं, मैंने हटा दिया। मैं तो सिर्फ नहीं, ऐसा नहीं है। मैं सिर्फ 2 ही बताना चाहता हूं। एक, पूरा कश्मीर जीते बगैर सीज फायर कर लिया, और दूसरा, यूएन के अंदर हमारे मसले को ले जाने की बहुत बड़ी गलती की। मैंने कभी ऐसा नहीं कहा कि नेहरू हानिकारक है, इस विषय पर चर्चा होनी चाहिए। मैंने यही कहा है कि कश्मीर समस्या का मूल कौन था और कैसे था, इसमें उस वक्त के सभी लोगों का रोल क्या था,
इस पर चर्चा होनी चाहिए। और ये कह रहे हैं नेहरू, हम हमारी बेंचेस से कोई नहीं कहता कि नेहरू हानिकारक थे, मगर अब यही कह रहे हैं नेहरू हानिकारक थे, तो हम क्या कर दें। ढेर सारे मित्र बैकवर्ड क्लास करते हैं। कुछ नेता होते हैं जिनको हाथ में कुछ लिखकर पकड़ा लो तो 6 महीने नया कागज ना आए तब वही बोलते रहे, बैकवर्ड क्लासेस। भाई पहले आपका इतिहास तो देखो। मान्यवर, मैं ऐतिहासिक सत्य के साथ इस सदन के अंदर स्टेटमेंट करने में झिझक नहीं रहा हूं कि बैकवर्ड क्लास का सबसे बड़ा विरोध और बैकवर्ड क्लास को रोकने का काम कोई एक पार्टी ने किया है तो कांग्रेस पार्टी ने किया है। मान्यवर, आज मैं पूछना चाहता हूं पवित्र सदन के अंदर खड़े रहकर, पिछड़ा वर्ग आयोग को 70 साल से संवैधानिक मान्यता नहीं दी जाती थी। क्यों नहीं दी जाती थी? क्यों उनको यह सम्मान नहीं मिलता था, जबकि संविधान का मैंडेट था, मगर नहीं दिया गया। नरेंद्र मोदी जी ने इसको संवैधानिक मान्यता देने का। मैं आज पूछना चाहता हूं इस सदन के अंदर जो आम सभाओं में बैकवर्ड क्लास कर घूमते हैं, मैं फिर से कहता हूं, उनको मालूम नहीं है इनकी पार्टी ने क्या किया है। किसने काका साहेब कालेकर कमीशन का रिपोर्ट रोक कर रखा, वो जवाब होना चाहिए। देश की जनता को मालूम पड़ना चाहिए। मंडल कमीशन के रिपोर्ट तक जब तक वो सत्ता के बाहर नहीं गए तब तक लागू नहीं हुआ, और बाद में लागू हुआ भी तो विपक्ष के नेता ए नाते स्वर्गीय राजीव गांधी ने इसका विरोध किया। मान्यवर, विरोध। और आज वो बैकवर्ड क्लास की बात कर रहे हैं। मान्यवर, वो लोग बैकवर्ड क्लास की बात कर रहे हैं। कभी भी सेंट्रल एडमिशन स्कीम के अंदर बैकवर्ड क्लास को रिजर्वेशन देने का काम कांग्रेस पार्टी ने कभी भी नहीं किया। केवल और केवल नरेंद्र मोदी जी के नेतृत्व में भारतीय जनता पार्टी ने किया। सैनिक स्कूलों में भी दिया जाता है, नीट के अंदर भी दिया जाता है, और सेंट्रल स्कूल्स के अंदर भी पिछड़ा वर्ग के बच्चों को सम्मान के साथ पढ़ने की व्यवस्था ये भारतीय जनता पार्टी की सरकार ने। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਡੀਸੀ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਸਮੂਹ ਅਧਿਕਾਰੀਆਂ ਨੂੰ ਨਸ਼ਿਆਂ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਖਤ ਰਵੱਈਆ ਅਪਣਾਉਣ ਦੀ ਗੱਲ ਕਹੀ ਹੈ। ਮੀਟਿੰਗ ਵਿੱਚ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ। ਪਿਛਲੇ ਸਮੇਂ ਵਿੱਚ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਪੁਲਿਸ ਕਮਿਸ਼ਨਰਾਂ, ਐਸਐਸਪੀ ਨੂੰ ਨਸ਼ਿਆਂ ਖਿਲਾਫ ਲੜਾਈ ਨੂੰ ਹੋਰ ਤੇਜ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਨਸ਼ਿਆਂ ਨੂੰ ਜੜੋਂ ਪੁੱਟਣ ਲਈ ਹੇਠੋਂ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਸਾਰੇ ਅਧਿਕਾਰੀਆਂ ਨੂੰ ਛੋਟੇ ਤੋਂ ਛੋਟੇ ਨਸ਼ਾ ਤਸਕਰਾਂ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਸੋ ਇਹ ਇੱਕ ਜੰਗੀ ਪੱਧਰ ਤੇ ਜਿਹੜੀ ਵਾਰ ਔਨ ਡਰੱਗਸ ਕੈਰੀ ਔਨ ਕੀਤੀ ਜਾਊਗੀ। ਦੂਜਾ ਰਿਵਿਊ ਦਾ ਮੇਨ ਫੋਕਸ ਸੀਗਾ ਆਰਗੇਨਾਈਜ਼ਡ ਕ੍ਰਾਈਮ, ਤੇ ਸੀਐਮ ਸਾਹਿਬ ਵੱਲੋਂ ਹਿਦਾਇਤ ਸੀਗੀ ਕਿ ਜਿਹੜਾ ਆਰਗੇਨਾਈਜ਼ਡ ਕ੍ਰਿਮੀਨਲ, ਜਿਹੜਾ ਗੈਂਗਸਟਰ ਹੈਗਾ, ਜੋ ਇੱਕ ਚੌਕ ਦੇ ਵਿੱਚ ਕ੍ਰਾਈਮ ਕਰਦਾ ਤੇ ਦੂਜੇ ਚੌਕ ਤੱਕ ਉਸ ਨੂੰ ਪਹੁੰਚਣਾ ਨਹੀਂ ਚਾਹੀਦਾ। ਪੁਲਿਸ ਦਾ ਜਿਹੜਾ ਸਿਸਟਮ ਰਿਸਪੌਂਸ ਇਹਦਾ ਐਫੀਸ਼ੀਐਂਟ ਹੋਣਾ ਚਾਹੀਦਾ ਕਿ ਇਮੀਡੀਏਟਲੀ ਮੌਕੇ ਤੇ कार्रवाई होनी चाहिए तो इंपैक्ट पता होना चाहिए। एक्सटॉर्शन कॉल्स ते अगेन इट वॉज अ जीरो टॉलरेंस एरिया। दस्या गया कि इस साल असी 117 FIR दर्ज की एक्सटॉर्शन कॉल्स ते 150 के करीब मुलजिम जिहड़े हैगे वो अरेस्ट किए हैं। पर सीएम साहब वालों सख्त हिदायत सी कि हजे भी एक्सटॉर्शन कॉल्स काफ़ी आ रही है तो पुलिस नूं गियरअप करने की लोड़ है, तो एक्सटॉर्शन कॉल्स ते इमीडिएट फौरी तौर पर एग्जैम्पलरी एक्शन ते पनिशमेंट देना चाहिए। तीजा पॉइंट जो सीएम साहब ने लिया वो सीगा पब्लिक डीलिंग फ्रेंडली पुलिसिंग, कि जोड़े पुलिस ऑफिसर्स है SSPs नूं हिदायत की गई कि वो हर दिन एक थाने के एरिए दे विच लोकां दे विच जान, पब्लिक मीटिंग्स होल्ड करन, लोकां नाल इंटरैक्ट करन, ताकि जिहड़ी लोकां दी दुख तकलीफां है वो सीनियर ऑफिसर्स नूं पता लग सके ते उस ते इमीडिएट जिहड़ा एक्शन किया जाए। पुलिस स्टेशनस दे विच लोकां नूं वैलकम किया जाए, उत्थे जिहड़े एरिए दे रिस्पैक्टेबल्स हैगे प्रोमिनेंट लोकां नाल मीटिंग्स करके जिहड़ा पुलिस ते आम पब्लिक दे विच जिहड़ा गैप हैगा उस नूं दूर किया जाए। यह सीएम साहब दी हिदायतां सीगियां कि SSPs आर रिक्वायर्ड टू बी प्रोएक्टिव। जेल्स ते काफ़ी विस्तारपूर्वक डिस्कशन हुई, जिहड़ी कमी बेशी सीगी उस नूं डिस्कस किया गया, तो सीएम साहब ने 3 pronged एक्शन इस ते डायरैक्ट किया हैगा। फर्स्ट ऑफ ऑल जिहड़े जेल दे विच इंफ्रास्ट्रक्चर प्रॉपर प्रोवाइड किए जाने चाहिए, जिहड़ी उन्हां दी मैन पावर है
ਤੇ ਜਿਹੜੇ ਉਹਨਾਂ ਨੂੰ ਇਕਵਿਪਮੈਂਟਸ ਤੇ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਦੀ ਲੋੜ ਹੈ, ਜਿੱਥੇ ਮੋਬਾਈਲ ਜੈਮਿੰਗ ਸੋਲੂਸ਼ਨਸ ਕੁਝ ਜੇਲ੍ਹਾਂ 'ਚ ਦੇ ਵਿੱਚ ਇੰਸਟਾਲ ਹੋ ਰਹੇ ਹੈਗੇ, ਉਸ ਬਾਰੇ ਡਿਸਕਸ਼ਨ ਹੋਈ। ਸੈਕੰਡ ਹੋਇਆ ਕਿ ਜਿਹੜੇ ਵੀ ਇਹ ਮੋਬਾਈਲ ਡਿਟੈਕਸ਼ਨ ਹੁੰਦੇ ਆ, ਇਹਨਾਂ ਦੇ FIRs ਨੂੰ ਦਰਜ ਹੁੰਦੀ ਹੈ। CM ਸਾਹਿਬ ਦੀ ਹਦਾਇਤਾਂ ਸੀ ਕਿ ਇਸ ਦੀ ਬੈਕਵਰਡ ਲਿੰਕੇਜ ਪੂਰੀ ਵਰਕਆਊਟ ਹੋਣੀ ਚਾਹੀਦੀ ਕਿ ਜਿਹੜਾ ਜੇ ਮੋਬਾਈਲ ਥਰੋ ਤੋਂ ਆਇਆ ਹੈਗਾ ਜਾਂ ਕਿਸੇ ਹੋਰ ਤਰੀਕੇ ਨਾਲ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ, ਜਾਂ ਜੇਲ੍ਹ ਸਟਾਫ ਦੀ ਕਨਾਈਵੈਂਸ ਤੋਂ ਆਇਆ ਹੈ, ਜਾਂ ਉਹ ਥਰੋ ਕੀਤਾ ਗਿਆ ਹੈ, ਜਾਂ ਕਿਸੇ ਦੀ ਨੈਗਲੀਜੈਂਸ ਨਾਲ ਆਇਆ ਹੈ, ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੇ ਜਿਹੜੇ ਕਲਪਰਿਟਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਇੱਕ CM ਸਾਹਿਬ ਨੇ ਬੜੀ ਸਪਸ਼ਟ ਗੱਲ ਕਹੀ ਕਿ ਅਕਾਊਂਟੇਬਿਲਿਟੀ ਆਫ SHOs ਐਂਡ ਸਬ ਡਿਵੀਜ਼ਨਲ DSPs ਹੈਜ਼ ਟੂ ਬੀ ਫਿਕਸਡ, ਤੇ ਗਵਰਨਮੈਂਟ ਵੱਲੋਂ postings are being done on merit in a professional way, therefore the police force has been equipped। ਦੱਸਿਆ ਗਿਆ ਕਿ ਇਸ ਵਾਰ ਅਸੀਂ ਜਿਵੇਂ ਨਵੀਆਂ ਗੱਡੀਆਂ ਦਿੱਤੀ ਜਾ ਰਹੀਆਂ SHOs ਨੂੰ, ਅੰਡਰ ਬਾਰਡਰ ਏਰੀਆ ਪਲਾਨ 20 ਕਰੋੜ ਰਿਲੀਜ਼ ਹੋਏ ਹੈ ਗਵਰਨਮੈਂਟ ਨੇ ਫॉर ਵਹੀਕਲਸ ਟੂ ਬਾਰਡਰ ਪੁਲਿਸ ਸਟੇਸ਼ਨ, ਬਾਰਡਰ ਤੇ CCTV ਲੱਗ ਰਹੇ ਹੈਗੇ, ਅਪਗ੍ਰੇਡੇਸ਼ਨ ਆਫ ਸਾਈਬਰ ਕ੍ਰਾਈਮ ਵਿੰਗ, ਅਪਗ੍ਰੇਡੇਸ਼ਨ ਆਫ ਇੰਟੈਲੀਜੈਂਸ ਵਿੰਗ ਲਈ 110 ਕਰੋੜ ਸਰਕਾਰ ਨੇ ਮੁਹੱਈਆ ਕਰਾਏ ਹੈ। ਸਰਕਾਰ ਵੱਲੋਂ ਲਾਅ ਐਂਡ ਆਰਡਰ ਇਨਫਰਾਸਟ੍ਰਕਚਰ ਨੂੰ ਸਟਰੈਂਥਨ ਕਰਨ ਲਈ ਵੀ ਫੰਡਸ ਦਿੱਤੇ ਗਏ ਹੈਗੇ। ਸੋ ਇਸ ਦੇ ਨਾਲ ਨਾਲ ਸਰਕਾਰ ਦੀ ਐਕਸਪੈਕਟੇਸ਼ਨ ਹੈਗੀ ਕਿ ਪੁਲਿਸ ਹੈਜ਼ ਟੂ ਪਰਫਾਰਮ ਇਨ ਅ ਪ੍ਰੋਫੈਸ਼ਨਲ ਵੇ, ਤੇ CM ਸਾਹਿਬ ਵੱਲੋਂ ਇਹ ਟਾਰਗੇਟਸ ਦੱਸੇ ਗਏ ਜਿਵੇਂ ਮੈਂ ਦੱਸਿਆ। ਨੈਕਸਟ ਸੀਗਾ ਪ੍ਰੋਕਲੇਮਡ ਆਫੈਂਡਰਸ। ਪੰਜਾਬ ਦੇ ਵਿੱਚ ਪ੍ਰੋਕਲੇਮਡ ਆਫੈਂਡਰਸ ਦੀ ਫਿਗਰ ਕਾਫੀ ਹਾਈ ਹੈ, ਤੇ ਇਸ ਨੂੰ ਡਿਸਕਸ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਪ੍ਰੋਕਲੇਮਡ ਆਫੈਂਡਰਸ ਦਾ ਨੰਬਰ ਜਿਹੜਾ ਘਟਾਇਆ ਜਾ ਸਕੇ। ਪੌਕਸੋ ਕੇਸਿਸ ਦਾ ਰਿਵਿਊ ਕੀਤਾ ਗਿਆ ਕਿ ਇਸ ਦੇ ਵਿੱਚ ਜਿਹੜੀ ਕੰਪਲਾਇੰਸ ਰੇਟ ਹੈਗੀ, ਮਤਲਬ ਰੇਟ ਆਫ ਚਾਰਜ ਸ਼ੀਟ ਸਬਮਿਸ਼ਨ ਐਂਡ ਦ ਰੇਟ ਆਫ FIR ਰਜਿਸਟ੍ਰੇਸ਼ਨ, ਉਹ ਇੰਪਰੂਵ ਹੋਣੀ ਚਾਹੀਦੀ। ਜਿਹੜੀ ਤਫਤੀਸ਼ ਦਾ ਪ੍ਰੋਫੈਸ਼ਨਲ ਜਿਹੜਾ ਮਿਆਦ ਹੈਗਾ ਉਹ ਉਸ ਨੂੰ ਉੱਪਰ ਉਠਾਇਆ ਜਾਣਾ ਚਾਹੀਦਾ। ਤੇ CM ਸਾਹਿਬ ਨੇ ਇਹ ਵੀ ਚਿੰਤਾ ਵਿਅਕਤ ਕੀਤੀ ਕਿ ਜਿਹੜੀ ਪੇਸ਼ੀਆਂ ਹੈਗੀਆਂ, ਕੋਰਟ ਦੀ ਪੇਸ਼ੀਆਂ ਜਿਹਦੇ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਜਾਂਦਾ ਹੈ, ਇਹ ਸਿਸਟਮ ਇੰਪਰੂਵ ਕਰਨ ਦੀ ਲੋੜ ਹੈ। ਤਕਰੀਬਨ ਇਸ ਵੇਲੇ 70 ਤੋਂ 75% ਜਿਹੜੀ ਪੇਸ਼ੀਆਂ ਸਾਰੇ ਪੰਜਾਬ ਦੇ ਵਿੱਚ 40,000 ਦੇ ਕਰੀਬ ਪੇਸ਼ੀਆਂ ਮੰਥਲੀ ਪੈਂਦੀਆਂ, ਜਿਹਦੇ ਵਿੱਚ 30 ਤੋਂ 32,000 ਮੁਲਜ਼ਮ ਪੇਸ਼ ਹੁੰਦੇ हैं। तो CM ਸਾਹਿਬ ਡਿਸਕਸਡ ਐਂਡ ਇਸ਼ੂ ਡਾਇਰੈਕਸ਼ਨਸ ਕਿ ਇਸ ਨੂੰ ਹੋਰ ਇੰਪਰੂਵ ਕੀਤਾ ਜਾਵੇ, ਕਿਸ ਤਰੀਕੇ ਨਾਲ ਇਸ ਨੂੰ ਕੀਤਾ ਜਾ ਸਕਦਾ ਹੈ। ਇਲੀਗਲ ਮਾਈਨਿੰਗ ਤੇ ਬੜੀ ਸਪਸ਼ਟ ਡਾਇਰੈਕਸ਼ਨਸ ਗਵਰਨਮੈਂਟ ਦੀ ਹੈਗੀ ਕਿ ਇਲੀਗਲ ਮਾਈਨਿੰਗ ਇਜ਼ ਨਾਟ ਟੂ ਬੀ ਟੋਲਰੇਟਡ ਐਂਡ ਨੋ ਪੁਲਿਸ ਆਫਿਸਰ ਸ਼ੁੱਡ ਬੀ ਮਿਕਸਡ ਇਨ ਇਲੀਗਲ ਮਾਈਨਿੰਗ। ਸਟ੍ਰਿਕਟ ਐਕਸ਼ਨ ਵੁੱਡ ਬੀ ਟੇਕਨ ਅਗੇਂਸਟ ਕੰਸਰਨਡ ਪੁਲਿਸ ਆਫਿਸਰਸ। ਟ੍ਰੈਫਿਕ ਤੇ ਜਿਹੜਾ ਸਾਡਾ ਐਨਫੋਰਸਮੈਂਟ ਸੀਗਾ, ਜਿਹੜੇ ਟ੍ਰੈਫਿਕ ਚਲਾਨਸ ਜਾਂ ਟ੍ਰੈਫਿਕ ਮੈਨੇਜਮੈਂਟ ਟੂ ਐਨਸ਼ੋਰ ਸਮੂਥ ਫਲੋ ਆਫ ਟ੍ਰੈਫਿਕ, ਉਹ ਰਿਵਿਊ ਕੀਤੇ ਗਏ। ਤੇ ਇਹ ਵੀ ਦੱਸਿਆ ਗਿਆ ਕਿ SSF ਬਣਨ ਤੋਂ ਬਾਅਦ ਨੈਕਸਟ ਮੰਥ CM ਸਾਹਿਬ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਲਾਂਚਿੰਗ ਹੋ ਜਾਊਗੀ, ਜਿਹਦੇ ਵਿੱਚ 116 ਟੋਇਟਾ ਹਿਲਕਸ ਗੱਡੀਆਂ ਤੇ 26 ਜਿਹੜੇ ਸਕਾਰਪੀਓ ਇੰਟਰਸੈਪਟਰਸ, 144 ਗੱਡੀਆਂ ਜਿਹੜੀਆਂ ਉਹ ਪੰਜਾਬ ਦੇ ਹਾਈਵੇਜ਼ ਤੇ ਲਾਂਚ ਕੀਤੀ ਜਾਣਗੀ। ਤਕਰੀਬਨ 1500 ਮੁਲਾਜ਼ਮ ਫਸਟ ਫੇਜ਼ ਦੇ ਵਿੱਚ ਡਿਪਲੋਏ ਕੀਤੇ ਜਾਣਗੇ। ਰਾਊਂਡ ਦਾ ਕਲੌਕ ਇਹਨਾਂ ਦੀ ਡਿਪਲੋਇਮੈਂਟ ਹੋਊਗੀ ਕਿ ਹਾਈਵੇ ਤੇ ਹਰ 30 ਕਿਲੋਮੀਟਰ ਤੇ ਗੱਡੀ ਹੋਊਗੀ। ਇਸ ਤੋਂ ਇਲਾਵਾ ਜਿਹੜੇ ਦੂਜੇ ਏਰੀਏ ਹੈਗੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਟ੍ਰੈਫਿਕ ਮੈਨੇਜਮੈਂਟ ਤੇ ਡਿਸਕਸ਼ਨ ਹੋਈ ਤੇ ਇਸ ਤੇ ਜ਼ੋਰ ਦਿੱਤਾ ਗਿਆ ਕਿ ਇਸ ਨੂੰ ਸਮੂਥ ਕੀਤਾ ਜਾਵੇ, ਜਿਹੜੇ ਬਲੈਕ ਸਪੌਟਸ ਹੈਗੇ ਉਹ ਆਈਡੈਂਟੀਫਾਈ ਕੀਤੇ ਜਾਣ। ਲਾਅ ਐਂਡ ਆਰਡਰ ਤੇ ਡਿਸਕਸ਼ਨ ਹੋਈ ਕਿ ਜਿਹੜੇ ਐਜੀਟੇਸ਼ਨਸ ਹੈਗੇ ਉਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਮੈਨੇਜ ਕਰਨਾ ਚਾਹੀਦਾ, ਸੋ ਦੈਟ ਆਮ ਲੋਕਾਂ ਨੂੰ, ਇਨਫੈਕਟ ਰੀਸੈਂਟ ਜਿਹੜੇ ਐਜੀਟੇਸ਼ਨਸ ਹੋਏ ਸੀ ਉਸ ਬਾਰੇ ਡਿਸਕਸ਼ਨ ਹੋਈ ਕਿ ਆਮ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਐਜੀਟੇਸ਼ਨਸ ਸ਼ੁੱਡ ਬੀ ਮੈਨੇਜਡ ਇਨ ਅ ਪ੍ਰੋਪਰ ਵੇ। ਓਵਰਆਲ CM ਸਾਹਿਬ ਨੇ ਇਹ ਆਸ ਰੱਖੀ ਹੈ ਕਿ ਪੰਜਾਬ ਪੁਲਿਸ ਇੱਕ ਪ੍ਰੋਫੈਸ਼ਨਲ ਤੇ ਬਿਹਤਰੀਨ ਫੋਰਸ ਹੈ, ਤੇ ਪੰਜਾਬ ਪੁਲਿਸ ਇਹ ਸਾਰੇ ਜਿਹੜੇ ਟਾਰਗੇਟਸ ਹੈਗੇ ਸਾਰੇ ਇਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਫੁਲਫਿਲ ਕਰੇਗੀ। ਐਨੀ ਕੁਐਸਚਨਸ ਆਰ ਵੈਲਕਮ।